ਸਤਿ ਸ਼੍ਰੀ ਅਕਾਲ ਦੋਸਤੋ, ਬਹੁਤ ਬਹੁਤ ਸਵਾਗਤ ਹੈ ਤੁਹਾਡੇ ਆਪਣੇ YouTube ਚੈਨਲ ਐਸਏ ਐਜੂਕੇਸ਼ਨ ਦੇ ਉੱਪਰ। ਜਿਹੜੇ ਆਪਣੇ ਪਿਛਲੇ ਦਿਨੀ ਟੌਪਿਕ ਚੱਲ ਰਹੇ ਹੈਗੇ ਜੀ ਆਧੁਨਿਕ ਪੰਜਾਬੀ ਕਾਵਿ ਦੇ ਵਿੱਚ, ਉਸੇ ਲੜੀ ਦੇ ਵਿੱਚ ਆਪਾਂ ਇੱਕ ਅੱਜ ਨਵੇਂ ਰਾਈਟਰ ਕਰਨ ਜਾ ਰਹੇ ਹੈਗੇ ਜੀ, ਜਿਨ੍ਹਾਂ ਦਾ ਨਾਮ ਹੈਗਾ ਜੀ ਨੰਦ ਲਾਲ ਨੂਰਪੁਰੀ। ਜਿਹੜੇ ਨੰਦ ਲਾਲ ਨੂਰਪੁਰੀ ਹੈਗੇ ਜੀ, ਉਹਨਾਂ ਦੀ ਪ੍ਰਸਿੱਧੀ ਗੀਤਾਂ ਕਰਕੇ ਹੋਈ ਹੈਗੀ ਹੈ। ਠੀਕ ਹੈ ਜੀ। ਵੈਸੇ ਤਾਂ ਉਹਨਾਂ ਨੇ ਕਵਿਤਾਵਾਂ, ਕਾਵਿ ਸੰਗ੍ਰਹਿ ਵੀ ਕਾਫੀ ਛਪੇ ਉਹਨਾਂ ਦੇ, ਪਰ ਜਿੰਨੀ ਪ੍ਰਸਿੱਧੀ ਉਹਨਾਂ ਨੂੰ ਗੀਤਾਂ ਕਰਕੇ ਮਿਲੀ ਹੈ ਉਨੀ ਉਹਨਾਂ ਨੂੰ ਕਵਿਤਾਵਾਂ ਦੇ ਵਿੱਚ ਨਹੀਂ ਮਿਲੀ। ਕਵਿਤਾਵਾਂ ਵੀ ਬਹੁਤ ਸੋਹਣੀਆਂ ਰਚਦੇ ਆ ਨੰਦ ਲਾਲ ਨੂਰਪੁਰੀ, ਪਰ ਜ਼ਿਆਦਾਤਰ ਪ੍ਰਸਿੱਧੀ ਉਹਨਾਂ ਨੂੰ ਗੀਤਾਂ ਕਰਕੇ ਮਿਲੀ ਹੈਗੀ। ਇਸੇ ਕਰਕੇ ਉਹਨਾਂ ਨੂੰ ਗੀਤਾਂ ਦਾ ਬਾਦਸ਼ਾਹ ਕਿਹਾ ਜਾਂਦਾ ਹੈਗਾ। ਠੀਕ ਹੈ ਜੀ। ਸੋ ਆਪਾਂ ਨੰਦ ਲਾਲ ਨੂਰਪੁਰੀ ਜੀ ਦੇ ਪਹਿਲਾਂ ਆਪਾਂ ਜਨਮ ਬਾਰੇ, ਜੀਵਨ ਬਾਰੇ ਝਾਤ ਮਾਰਦੇ ਹਾਂ ਥੋੜ੍ਹੀ ਜਿਹੀ। ਨੰਦ ਲਾਲ ਨੂਰਪੁਰੀ ਜੀ ਦਾ ਜਨਮ ਜਿਹੜਾ ਹੈਗਾ ਜੀ 1906 ਦੇ ਵਿੱਚ ਹੋਇਆ ਹੈਗਾ, ਪਾਕਿਸਤਾਨ ਦੇ ਵਿੱਚ। ਜ਼ਿਲ੍ਹਾ ਹੈਗਾ ਜੀ ਲਾਇਲਪੁਰ। ਔਰ ਨੰਦ ਲਾਲ ਨੂਰਪੁਰੀ ਜੀ ਦਾ ਪਿੰਡ ਹੈਗਾ ਜੀ ਨੂਰਪੁਰ। ਠੀਕ ਹੈ ਜੀ। ਉਹਨਾਂ ਦੇ ਮਾਤਾ ਦਾ ਨਾਮ ਹੁਕਮੀ ਦੇਵੀ ਤੇ ਪਿਤਾ ਦਾ ਨਾਮ ਹੈਗਾ ਜੀ ਬਿਸ਼ਨ ਸਿੰਘ। ਠੀਕ ਹੈ ਜੀ। ਨੰਦ ਲਾਲ ਨੂਰਪੁਰੀ ਜੀ ਨੇ ਜਿਹੜੀ ਆਪਣੀ ਮੁੱਢਲੀ ਸਿੱਖਿਆ ਹੈਗੀ ਹੈ ਜੀ, ਉਹ ਪਿੰਡ ਤੋਂ ਪ੍ਰਾਪਤ ਕੀਤੀ। ਮੁੱਢਲੀ ਸਿੱਖਿਆ ਪਿੰਡ ਤੋਂ ਪ੍ਰਾਪਤ ਕੀਤੀ ਹੈਗੀ ਜੀ। ਅਤੇ ਜਿਹੜੀ ਆਪਣੀ ਉਚੇਰੀ ਵਿੱਦਿਆ ਹੈਗੀ ਆ, ਉਚੇਰੀ ਵਿੱਦਿਆ ਉਹਨਾਂ ਨੇ MA ਤੱਕ ਪੜ੍ਹੇ ਹੋਏ ਆ ਜੀ। ਉਹ ਉਹਨਾਂ ਨੇ ਕੀਤੀ ਹੈਗੀ ਹੈ ਲਾਇਲਪੁਰ ਖਾਲਸਾ ਕਾਲਜ ਤੋਂ ਕੀਤੀ ਹੈਗੀ। ਠੀਕ ਹੈ ਜੀ। ਨੰਦ ਲਾਲ ਨੂਰਪੁਰੀ ਜੀ ਨੇ ਕਾਫੀ ਧੰਦੇ ਬਣਾਏ ਅਤੇ ਛੱਡਿਆ, ਪਰ ਉਹ ਇੱਕ ਤਰ੍ਹਾਂ ਨਾਲ ਕਹਿ ਸਕਦੇ ਆਪਣੇ ਜੀਵਨ ਤੋਂ ਨਾਖੁਸ਼ ਸੀਗੇ ਨੰਦ ਲਾਲ ਨੂਰਪੁਰੀ ਜੀ। ਕੁਛ ਟਾਈਮ ਉਹ ਅਧਿਆਪਨ ਕਾਰਜ ਪਹਿਲਾਂ ਕਰਦੇ ਰਹੇ, ਅਧਿਆਪਨ ਕਾਰਜ ਕੀਤਾ। ਫਿਰ ਇਸ ਤੋਂ ਬਾਅਦ ਉਹ ਬੀਕਾਨੇਰ ਦੇ ਵਿੱਚ ਥਾਣੇਦਾਰ ਲੱਗ ਗਏ ਸੀਗੇ ਜੀ। ਬੀਕਾਨੇਰ ਦੇ ਵਿੱਚ ਥਾਣੇਦਾਰ ਲੱਗ ਗਏ ਸੀ, ਪਰ ਇਹ ਛੇਤੀ ਇਹਨਾਂ ਨੇ ਇਹ ਥਾਣੇਦਾਰੀ ਵੀ ਛੱਡ ਦਿੱਤੀ ਸੀ, ਕਿਉਂਕਿ ਇੱਕ ਗੱਲ ਕਹੀ ਜਾਂਦੀ ਵੀ ਇਹਨਾਂ ਤੋਂ ਕੋਈ ਐਨਕਾਊਂਟਰ ਹੋਇਆ ਸੀਗਾ ਜਿਸ ਦੇ ਵਿੱਚ ਕਾਫੀ ਬੰਦੇ ਮਾਰੇ ਗਏ ਸੀ, ਅਤੇ ਉਸ ਦੇ ਲਈ ਇਹਨਾਂ ਨੂੰ ਬਹਾਦਰੀ ਪੁਰਸਕਾਰ ਵੀ ਮਿਲਿਆ ਸੀ ਨੰਦ ਲਾਲ ਨੂਰਪੁਰੀ ਨੂੰ। ਪਰ ਕਿਉਂਕਿ ਅੰਦਰੋਂ ਉਸ ਚੀਜ਼ ਬਾਰੇ ਬਹੁਤ ਨਾਖੁਸ਼ ਹੋਏ, ਤਾਂ ਉਹਨਾਂ ਨੇ ਫਿਰ ਕੀ ਹੈ ਜਿਹੜੀ ਇਹ ਥਾਣੇਦਾਰ ਵੀ ਛੱਡ ਦਿੱਤੀ ਸੀਗੀ। ਠੀਕ ਹੈ ਜੀ। ਪਹਿਲਾਂ ਤੁਹਾਨੂੰ ਦੱਸ ਹੀ ਚੁੱਕਿਆ ਵੀ ਇਹਨਾਂ ਨੂੰ ਗੀਤਾਂ ਦਾ ਬਾਦਸ਼ਾਹ ਕਿਹਾ ਜਾਂਦਾ ਹੈਗਾ, ਗੀਤਾਂ ਦਾ ਬਾਦਸ਼ਾਹ ਕਿਹਾ ਜਾਂਦਾ ਹੈ। ਠੀਕ ਹੈ ਜੀ। ਨੰਦ ਲਾਲ ਨੂਰਪੁਰੀ ਜੀ ਨੂੰ ਸਭ ਤੋਂ ਵੱਧ ਜਿਹੜੀ ਪ੍ਰਸਿੱਧੀ ਹੈਗੀ ਆ ਉਹ ਮੰਗਤੀ ਤੇ ਵਲਾਇਤੀ ਪਾਸ, ਇਹ ਦੋ, ਮੰਗਤੀ ਤੇ ਵਲਾਇਤੀ ਪਾਸ, ਇਹ ਦੋ ਫਿਲਮਾਂ ਸੀਗੀਆਂ ਜੀ ਜਿਹਦੇ ਵਿੱਚ ਨੰਦ ਲਾਲ ਨੂਰਪੁਰੀ ਜੀ ਨੇ ਆਪਣੇ ਗੀਤ ਲਿਖੇ ਸੀਗੇ ਜੀ। ਠੀਕ ਹੈ ਜੀ। ਇਹ ਦੋ ਫਿਲਮਾਂ ਸੀਗੀਆਂ ਜੀ ਜਿਸ ਦੇ ਵਿੱਚ ਨੰਦ ਲਾਲ ਨੂਰਪੁਰੀ ਜੀ ਨੇ ਗੀਤ ਲਿਖੇ ਸੀਗੇ। ਉਹਨਾਂ ਗੀਤਾਂ ਤੋਂ ਹੀ ਇਹਨਾਂ ਦੀ ਪ੍ਰਸਿੱਧੀ ਜ਼ਿਆਦਾ ਹੋਈ ਹੈਗੀ, ਉੱਥੋਂ ਇਹ ਪੰਜਾਬੀ ਸਾਹਿਤ ਦੇ ਵਿੱਚ ਜਾਣੇ ਮਾਨੇ ਨਾਮ ਬਣ ਗਏ। ਠੀਕ ਹੈ ਜੀ। ਨੰਦ ਲਾਲ ਨੂਰਪੁਰੀ ਜੀ ਦੁਆਰਾ ਲਿਖੇ ਕੁਝ ਗੀਤਾਂ ਦੀ ਗੱਲ ਕਰਾਂਗੇ ਆਪਾਂ। ਇਹਨਾਂ ਦੇ ਜਿਹੜੇ ਗੀਤ ਆ ਉਹ ਜਗਮੋਹਨ ਕੌਰ ਅਤੇ ਹੋਰ ਕੇਦੀਪ ਅਤੇ ਹੋਰ ਕਾਫੀ ਨਾਮੀ ਗ੍ਰਾਮੀ ਜਿਹੜੇ ਆਪਣੇ ਪੰਜਾਬੀ ਲੋਕ ਗੀਤਾਂ ਦੇ ਜਿਹੜੇ ਵੱਡੇ ਨਾਮ ਹੈਗੇ ਆ, ਉਹਨਾਂ ਨੇ ਇਹਨਾਂ ਦੇ ਗੀਤਾਂ ਨੂੰ ਗਾਇਆ ਹੈਗਾ ਜੀ, ਜਿਸ ਦੇ ਵਿੱਚ ਹੈਗਾ
ਚੰਨ ਵੇਖ ਕੇ ਸ਼ੌਂਕਣ ਮੇਲੇ ਦੀ। ਤਾਂ ਗਾਣਾ ਸਭ ਨੇ ਸੁਣੇ ਨੇ, ਇਹ ਵੀ ਨੰਦ ਲਾਲ ਨੂਰਪੁਰੀ ਦਾ ਲਿਖਿਆ ਹੋਇਆ ਜੀ। ਸੌਰੀ। ਦੂਸਰਾ ਹੈਗਾ ਜੀ ਦਾਤਾ ਦੀਆਂ ਬੇਪਰਵਾਹੀਆਂ। ਦਾਤਾ ਦੀਆਂ ਬੇਪਰਵਾਹੀਆਂ ਤੋਂ। ਇੱਕ ਹੈਗਾ ਜੀ ਚੁੰਮ ਚੁੰਮ ਰੱਖੋ ਨੀਏ ਕਲਗੀ ਜੁਝਾਰ ਦੀ। ਚੁੰਮ ਚੁੰਮ ਰੱਖੋ ਨੀਏ ਕਲਗੀ ਜੁਝਾਰ ਦੀ। ਬਹੁਤ ਸੋਹਣਾ ਗੀਤ ਹੈਗਾ ਉਹਨਾਂ ਦਾ ਜੀ। ਧਾਰਮਿਕ ਗੀਤ ਵੀ ਲਿਖੇ ਆ ਨੰਦ ਲਾਲ ਨੂਰਪੁਰੀ ਜੀ ਨੇ। ਉਸ ਤੋਂ ਬਾਅਦ ਹੈਗਾ ਜੀ ਕਿੱਥੇ ਤੋਰਿਆ ਅਜੀਤ ਤੇ ਜੁਝਾਰ ਨੂੰ। ਕਿੱਥੇ ਮਾਤਾ ਤੋਰਿਆ ਅਜੀਤ ਤੇ ਜੁਝਾਰ ਨੂੰ। ਫਿਰ ਹੈਗਾ ਜੀ ਗੋਰੀ ਦੀਆਂ ਝਾਂਜਰਾਂ। ਇੱਕ ਹੈਗਾ ਜੀ ਕਾਹਨੂੰ ਵੇ ਪਿੱਪਲਾ ਖੜ ਖੜ ਲਾਈ ਹੈ। ਠੀਕ ਹੈ ਜੀ। ਹੋਰ ਬਹੁਤ ਸਾਰੇ ਗੀਤ ਹੈਗੇ ਜੋ ਨੰਦ ਲਾਲ ਨੂਰਪੁਰੀ ਜੀ ਨੇ ਰਚੇ ਹੈਗੇ ਆ। ਠੀਕ ਹੈ ਜੀ। ਇਹ ਤਾਂ ਕੁਛ ਤੁਹਾਨੂੰ ਨਮੂਨੇ ਦੱਸੇ ਹੈਗੇ ਵੀ ਉਹਨਾਂ ਨੇ ਜਿਹੜੇ ਕਿ ਲੋਕ ਗੀਤ ਲਿਖੇ ਹੈਗੇ ਆ, ਰੋਮਾਂਟਿਕ ਗੀਤ ਲਿਖੇ ਹੈਗੇ ਆ, ਧਾਰਮਿਕ ਗੀਤ ਲਿਖੇ ਹੈਗੇ ਆ। ਜਿਹੜੀ ਉਹਨਾਂ ਦੇ ਗੀਤਾਂ ਦੇ ਵਿੱਚ ਕੀ ਆ, ਪੰਜਾਬੀ ਸੱਭਿਆਚਾਰ ਦੀ ਪੇਸ਼ਕਾਰੀ ਹੁੰਦੀ ਹੈਗੀ ਆ। ਲੱਚਰਤਾ ਬਿਲਕੁਲ ਨਹੀਂ ਉਹਨਾਂ ਦੇ ਗੀਤਾਂ ਦੇ ਵਿੱਚ ਪਾਈ ਜਾਂਦੀ। ਪੰਜਾਬੀ ਸੱਭਿਆਚਾਰ ਦੀ ਮੂੰਹ ਬੋਲ ਦੀ ਤਸਵੀਰ ਹੈਗੀ ਆ। ਪੰਜਾਬੀ ਸੱਭਿਆਚਾਰ ਦੀ ਮੂੰਹ ਬੋਲ ਦੀ ਤਸਵੀਰ ਪੇਸ਼ ਕਰਦੇ ਹੈਗੇ ਜੀ ਨੰਦ ਲਾਲ ਨੂਰਪੁਰੀ ਜੀ ਦੇ ਗੀਤ। ਠੀਕ ਹੈ ਜੀ। ਇਹ ਉਹਨਾਂ ਦੇ ਗੀਤਾਂ ਦੀ ਗੱਲ ਹੋ ਗਈ। ਇਹਨਾਂ ਨੇ ਬਹੁਤ ਸਾਰੇ ਕਾਵਿ ਸੰਗ੍ਰਹਿ ਵੀ ਲਿਖੇ ਹੈਗੇ, ਜਿਸ ਦੇ ਵਿੱਚ ਸਭ ਤੋਂ ਪਹਿਲਾਂ ਉਹਨਾਂ ਦਾ ਜਿਹੜਾ ਕਾਵਿ ਸੰਗ੍ਰਹਿ ਹੈਗਾ ਉਹ ਹੈਗਾ ਨੂਰਪੁਰੀਆ। ਇਹ ਉਰਦੂ ਦੇ ਵਿੱਚ ਛਪਿਆ ਸੀਗਾ ਜੀ। ਇਹ ਉਰਦੂ ਦੇ ਵਿੱਚ ਹੈਗਾ। ਠੀਕ ਹੈ ਜੀ। ਪਹਿਲਾ ਕਾਵਿ ਸੰਗ੍ਰਹਿ ਹੈਗਾ ਉਹਨਾਂ ਦਾ ਨੂਰਪੁਰੀਆ, ਔਰ ਦੂਸਰਾ ਉਹਨਾਂ ਦਾ ਕਾਵਿ ਸੰਗ੍ਰਹਿ ਹੈਗਾ ਸੁਗਾਤ। ਇਸ ਕਾਵਿ ਸੰਗ੍ਰਹਿ ਨੂੰ ਜੀ 1960 ਦੇ ਵਿੱਚ ਸਨਮਾਨ ਮਿਲਿਆ ਸੀਗਾ ਜੀ ਇਸ ਕਾਵਿ ਸੰਗ੍ਰਹਿ ਨੂੰ, ਔਰ ਇਹ ਸਨਮਾਨ ਦਿੱਤਾ ਸੀਗਾ ਭਾਸ਼ਾ ਵਿਭਾਗ ਨੇ। ਭਾਸ਼ਾ ਵਿਭਾਗ ਨੇ, ਮੈਨੂੰ ਕਲੀਅਰ ਨਹੀਂ ਗਾ ਅਤੇ ਬਾਕੀ ਤੁਹਾਨੂੰ ਕਲੀਅਰ ਕਰਕੇ ਦੱਸ ਦੂੰਗਾ। ਪਰ ਕਿਸੇ ਬੁੱਕ ਦੇ ਵਿੱਚ ਮੈਂ ਪੜ੍ਹਿਆ ਸੀ ਵੀ ਉਹਨਾਂ ਨੂੰ ਇਹ ਉਸ ਸਾਲ ਦੀ ਸਰਵੋਤਮ ਰਚਨਾ ਦਾ ਪੁਰਸਕਾਰ ਮਿਲਿਆ ਸੀਗਾ ਜੀ। ਠੀਕ ਹੈ। ਬਾਕੀ ਤੁਹਾਨੂੰ ਪੱਕਾ ਮੈਨੂੰ ਮਤਲਬ ਕਲੀਅਰ ਨਹੀਂ ਇਸ ਚੀਜ਼ ਬਾਰੇ ਵੀ ਭਾਸ਼ਾ ਵਿਭਾਗ ਨੇ ਕਿਸ ਉਪਲਕਸ਼ ਦੇ ਵਿੱਚ ਦਿੱਤਾ ਸੀਗਾ। ਪਰ ਇੱਕ ਬੁੱਕ ਦੇ ਵਿੱਚ ਲਿਖਿਆ ਸੀ ਵੀ ਉਹਨਾਂ ਨੂੰ ਸਮੇਂ ਦੀ ਸਰਵੋਤਮ ਰਚਨਾ ਮੰਨਿਆ ਗਿਆ ਸੀ, ਉਸ ਸਾਲ ਦੀ ਸਰਵੋਤਮ ਰਚਨਾ ਮੰਨਿਆ ਗਿਆ ਸੀ ਨੰਦ ਲਾਲ ਨੂਰਪੁਰੀ ਜੀ ਦੀ ਇਸ ਕਾਵਿ ਸੰਗ੍ਰਹਿ ਨੂੰ, ਸੁਗਾਤ ਨੂੰ। ਇਹ ਦੂਸਰਾ ਕਾਵਿ ਸੰਗ੍ਰਹਿ ਜੀ ਉਹਨਾਂ ਦਾ। ਠੀਕ ਹੈ ਜੀ। ਉਸ ਤੋਂ ਬਾਅਦ ਉਹਨਾਂ ਦਾ ਤੀਸਰਾ ਕਾਵਿ ਸੰਗ੍ਰਹਿ ਹੈਗਾ ਵੰਗਾਂ। ਚੌਥਾ ਹੈਗਾ ਜੀ ਜਿਉਂਦਾ ਪੰਜਾਬ। ਤੀਸਰਾ ਹੈਗਾ ਜੀ ਚੰਗਿਆੜੇ। ਪੰਜਵਾਂ ਹੈਗਾ ਜੀ ਨੂਰਪੁਰੀ ਦੇ ਗੀਤ, ਔਰ ਛੇਵਾਂ ਹੈਗਾ ਜੀ ਕਾਵਿ ਸੰਗ੍ਰਹਿ ਪੰਜਾਬ ਬੋਲਿਆ। ਇਹ ਜਿਹੜਾ ਪੰਜਾਬ ਬੋਲਿਆ ਕਾਵਿ ਸੰਗ੍ਰਹਿ ਹੈਗਾ ਜੀ, ਇਹ ਇਹਨਾਂ ਦੇ ਮਰਨ ਉਪਰੰਤ ਛਪਿਆ ਹੈਗਾ ਜੀ। ਮਰਨ ਤੋਂ ਬਾਅਦ ਇਸ ਨੂੰ ਪ੍ਰਕਾਸ਼ਿਤ ਕੀਤਾ ਗਿਆ। ਔਰ ਇੱਕ ਇਹਨਾਂ ਦਾ ਹੋਰ ਕਾਵਿ ਸੰਗ੍ਰਹਿ ਹੈਗਾ ਜੀ ਸੱਤਵਾਂ ਆਰੀ ਸੁਗਾਤ। ਇਹ ਵੀ ਮਰਨ
ਉਪਰੰਤ ਛਪਿਆ ਹੈਗਾ ਜੀ। 7ਵਾਂ ਕਾਵਿ ਸੰਗ੍ਰਹਿ, 6ਵਾਂ ਅਤੇ 7ਵਾਂ, ਇਹ ਦੋਨੋਂ ਕਾਵਿ ਸੰਗ੍ਰਹਿ ਉਹਨਾਂ ਦੇ ਮਰਨ ਉਪਰੰਤ ਛਪੇ ਹੈਗੇ ਜੀ। ਠੀਕ ਹੈ ਜੀ। ਔਰ ਇਹਨਾਂ ਦੇ ਬਾਰੇ ਇੱਕ ਹੋਰ ਬੜੀ ਦੁਖਦਾਈ ਗੱਲ ਇਹ ਹੈਗੀ ਹੈ ਕਿ ਇਹਨਾਂ ਨੇ 13 ਮਈ 1966 ਨੂੰ ਜੀ ਆਤਮ ਹੱਤਿਆ ਕਰ ਲਈ ਸੀਗੀ ਜੀ। ਨੰਦ ਲਾਲ ਨੂਰਪੁਰੀ ਜੀ ਨੇ ਖੂਹ ਵਿੱਚ ਛਾਲ ਮਾਰ ਕੇ ਆਤਮ ਹੱਤਿਆ ਕੀਤੀ ਜੀ ਇਹਨਾਂ ਨੇ। ਠੀਕ ਹੈ ਜੀ। ਵਧੀਆ ਪਰਿਵਾਰ ਦੇ ਵਿੱਚੋਂ ਸੀ, ਵਧੀਆ ਨੌਕਰੀ ਸੀ, ਪਹਿਲਾਂ ਅਧਿਆਪਨ ਕਾਰਜ ਕਰਦੇ ਰਹੇ ਜੀ, ਫਿਰ ਬੀਕਾਨੇਰ ਦੇ ਵਿੱਚ ਥਾਣੇਦਾਰ ਲੱਗੇ, ਉਹ ਵੀ ਇਹਨਾਂ ਨੂੰ ਥਾਣੇਦਾਰੀ ਰਾਸ ਨਾ ਆਈ। ਉਸ ਤੋਂ ਬਾਅਦ ਮਤਲਬ ਗੀਤਾਂ ਦਾ ਬਾਦਸ਼ਾਹ ਕਿਹਾ ਜਾਂਦਾ ਹੈਗਾ। ਪੰਜਾਬੀ ਸਾਹਿਤ ਦੇ ਵਿੱਚ ਵਧੀਆ ਮੰਨਿਆ ਪ੍ਰਮੰਨਿਆ ਨਾਮ ਸੀਗੇ, ਪਰ ਫਿਰ ਵੀ ਕਿਤੇ ਨਾ ਕਿਤੇ ਇਹ ਨੰਦ ਲਾਲ ਨੂਰਪੁਰੀ ਜੀ ਆਪਣੇ ਜੀਵਨ ਤੋਂ ਨਾਖੁਸ਼ ਸੀਗੇ। ਸੋ ਇਹਨਾਂ ਨੇ 13 ਮਈ 1966 ਨੂੰ ਆਤਮ ਹੱਤਿਆ ਕਰ ਲਈ ਸੀਗੀ ਜੀ। ਕਈ ਵਾਰ ਪੁੱਛ ਲੈਂਦੇ ਵੀ ਪੰਜਾਬੀ ਸਾਹਿਤ ਦੇ ਕਿਹੜੇ ਕਵੀ ਨੇ ਆਤਮ ਹੱਤਿਆ ਕੀਤੀ, ਤਾਂ ਉਹ ਨੰਦ ਲਾਲ ਨੂਰਪੁਰੀ ਸੀਗੇ ਜੀ। ਠੀਕ ਹੈ ਜੀ। ਪੰਜਾਬੀ ਸੱਭਿਆਚਾਰ ਦੀ ਬੋਲ ਦੀ ਤਸਵੀਰ ਪੇਸ਼ ਕਰਦੇ ਆ ਜੀ ਨੰਦ ਲਾਲ ਨੂਰਪੁਰੀ ਜੀ ਦੇ ਗੀਤ। ਔਰ ਜੇ ਤੁਹਾਡਾ ਟਾਈਮ ਲੱਗੇ ਤਾਂ ਇਹਨਾਂ ਦੇ ਗਾਣਿਆਂ ਨੂੰ ਸੁਣਿਆ ਜੀ। ਬਹੁਤ ਵਧੀਆ, ਬਹੁਤ ਉਮਦਾ ਕਿਸਮ ਦੇ ਜਿਹੜੇ ਗਾਇਕੀ ਸੀ, ਜੋ ਕਿ ਅੱਜ ਕੱਲ੍ਹ ਤਾਂ ਗਿਣੇ ਚੁਣੇ ਲੋਕਾਂ ਕੋਲ ਰਹਿ ਗਈ ਹੈ। ਅਤੇ ਬਸ ਇੰਨਾ ਹੀ ਸੀਗਾ ਜੀ ਨੂਰਪੁਰੀ ਜੀ ਬਾਰੇ। ਅਤੇ ਤੁਹਾਨੂੰ ਸਾਡੀਆਂ ਨੈਕਸਟ ਵੀਡੀਓਜ਼ ਜਲਦੀ ਮਿਲਣਗੀਆਂ। ਆਹ ਵੀਡੀਓ ਥੋੜ੍ਹੀ ਜਿਹੀ ਦੇਰ ਹੋ ਗਈ ਬਣਾਉਣ ਲੱਗੇ, ਕੁਛ ਪ੍ਰੋਬਲਮਸ ਸੀਗੀਆਂ। ਚਲੋ ਤੁਹਾਨੂੰ ਹੁਣ ਜਿਹੜੀਆਂ ਨੈਕਸਟ ਵੀਡੀਓਜ਼ ਹੈਗੀਆਂ ਆਪਣੇ ਆਧੁਨਿਕ ਪੰਜਾਬੀ ਕਾਵਿ ਦੀਆਂ, ਉਹ ਆਪਾਂ ਜਲਦੀ ਤੋਂ ਜਲਦੀ ਤੁਹਾਨੂੰ ਪਹੁੰਚਾਵਾਂਗੇ ਜੀ। ਠੀਕ ਹੈ ਜੀ। ਅਤੇ ਬਹੁਤ ਬਹੁਤ ਧੰਨਵਾਦ ਤੁਹਾਡਾ ਜੀ। ਇਸ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ, ਲਾਈਕ ਕਰੋ, ਸ਼ੇਅਰ ਕਰੋ ਅਤੇ ਪੜ੍ਹਦੇ ਰਹੋ, ਕਿਉਂਕਿ ਜਿੰਨਾ ਚਿਰ ਪੜ੍ਹਾਂਗੇ ਨਹੀਂ ਉਨਾ ਚਿਰ ਕੁਛ ਵੀ ਨਹੀਂ ਹੱਥ ਪੱਲੇ ਆਉਣਾ ਜੀ। ਠੀਕ ਹੈ ਜੀ। ਧੰਨਵਾਦ ਜੀ।